ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਨ ਤੇ ਗੱਲਾਂ ਬਾਤਾਂ ਅੱਜ ਕਰਨੀਆਂ ਨੇ ਅਸੀਂ ਕੈਨੇਡਾ ਨੂੰ ਲੈ ਕੇ, ਕਿਉਂਕਿ ਕੈਨੇਡਾ ਇੱਕ ਐਸਾ ਸਾਡਾ ਡੈਸਟੀਨੇਸ਼ਨ ਹੈ ਜਿਹਨੂੰ ਜੇ ਪੰਜਾਬੀਆਂ ਦੀ ਡ੍ਰੀਮ ਡੈਸਟੀਨੇਸ਼ਨ ਕਹੀਏ ਤਾਂ ਉਹ ਗਲਤ ਨਹੀਂ ਹੋਏਗਾ। ਤੇ ਕੈਨੇਡਾ ਤੇ ਅੱਜ ਗੱਲ ਕਰਨੀ ਜ਼ਰੂਰੀ ਤਾਂ ਵੀ ਬਣਦੀ ਹੈ ਕਿਉਂਕਿ ਮੌਂਟਰੀਅਲ ਦੇ ਕੁਝ ਬਲੈਕਲਿਸਟ ਕਾਲਜਿਸ, ਕੁਝ ਰਿਜ਼ਲਟਸ ਨੂੰ ਲੈ ਕੇ ਕੁਐਰੀ, ਕੁਝ ਲੇਟ ਹੋਏ ਡਿਸੀਜ਼ਨਸ ਨੂੰ ਲੈ ਕੇ ਕੁਐਰੀ, ਕਾਫੀ ਚੀਜ਼ਾਂ ਜਿਹੜੀਆਂ ਸਾਡੇ ਤੱਕ ਪਹੁੰਚ ਰਹੀਆਂ ਸੀ। ਸੋ ਕੈਨੇਡਾ ਤੇ ਗੱਲ ਕਰਨ ਲਈ ਤੁਹਾਨੂੰ ਪਤਾ ਅੱਜ ਸਾਡੇ ਨਾਲ ਅੱਜ ਦੇ ਦਿਨ ਇਸ ਸਮੇਂ ਜੁੜਦੇ ਨੇ ਉਹਨਾਂ ਦੇ CICCC ਮੈਂਬਰ, ਜਿਨ੍ਹਾਂ ਨੂੰ ਪਹਿਲੇ ਆਪਾਂ ICCRC ਕਹਿੰਦੇ ਸੀ, ਉਹਦਾ ਬਾਡੀ ਦਾ ਨਾਮ ਬਦਲ ਗਿਆ। ਮੇਰੇ ਕਹਿਣ ਤੋਂ ਭਾਵ ਡਾਕਟਰ ਰਵੀ ਗਰਗ ਪਾਇਨੀਅਰ ਤੋਂ ਮੇਰੇ ਨਾਲ ਮੌਜੂਦ ਰਹਿਣਗੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ। ਅਮਨ ਜੀ, ਸ਼ੋਅ 'ਤੇ ਸੱਦਾ ਦੇਣ ਲਈ ਬਹੁਤ ਬਹੁਤ ਦਿਲੋਂ ਧੰਨਵਾਦ ਅਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਨਾਲ ਗੱਲਾਂ ਬਾਤਾਂ ਕਰਨੀਆਂ, ਹਰ ਅਪਡੇਟ ਬੜੀ ਟਰਾਂਸਪੇਰੈਂਸੀ ਨਾਲ ਡਾਕਟਰ ਸਾਹਿਬ ਹਮੇਸ਼ਾ ਹੀ ਤੁਹਾਡੇ ਅੱਗੇ ਸਾਂਝੇ ਕਰਦੇ ਆਏ ਕਈ ਸਾਲਾਂ ਤੋਂ, ਅਤੇ ਤੁਸੀਂ ਵੀ ਪਿਆਰ ਬਖਸ਼ਿਆ, ਇੱਜ਼ਤ ਦਿੰਦੇ ਹੋ। ਸੋ ਅੱਜ ਵੀ ਕੋਸ਼ਿਸ਼ ਇਹੀ ਕਰਾਂਗੇ ਵੀ ਇੱਕ ਟਰਾਂਸਪੇਰੈਂਸੀ ਨਾਲ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਅੱਗੇ ਪਹੁੰਚਾਈਏ। ਸ਼ੁਰੂਆਤ ਮੈਂ ਕਰੂੰਗਾ ਨੌਨ SDS ਪ੍ਰੋਫਾਈਲਸ ਤੋਂ, ਜਿਹਨੂੰ ਆਪਾਂ ਕਹਿ ਲੈਂਦੇ ਜੀ ਓਵਰਆਲ 6, 1 ਚੋਂ 5.5 ਜਾਂ 2 ਚੋਂ 5.5, ਜਾਂ PTE ਵਾਲੇ ਜਿਹੜੇ ਬੱਚੇ ਨੇ ਉਹਨਾਂ ਦੀ ਅਜੇ ਕੁਐਰੀ ਹੈ ਵੀ ਸਾਡੇ ਰਿਜ਼ਲਟਸ ਬੜੇ ਨੈਗੇਟਿਵ ਆ ਰਹੇ ਨੇ ਜੀ। ਹਰ ਬੱਚਾ ਰਿਫਿਊਜ਼ ਕੀਤਾ ਜਾ ਰਿਹਾ ਹੈ, ਖਾਸ ਕਰ PTE ਨੂੰ ਲੈ ਕੇ 10-10 ਦਿਨ 'ਚ ਰਿਫਿਊਜ਼ਲਸ ਦੇਖਣ ਨੂੰ ਆਈਆਂ। 5.5 1 'ਚ ਜਾਂ 2 'ਚ ਹੋਣ, ਉਹਨਾਂ ਦੇ ਰਿਫਿਊਜ਼ਲਸ ਦੇਖਣ ਨੂੰ ਆਈਆਂ। ਰਿਫਿਊਜ਼ਲ SDS ਵਾਲਿਆਂ ਦੀ ਵੀ ਲੱਗੀਆਂ, ਬਟ ਇਹਨਾਂ ਦੀ ਰੇਸ਼ੋ ਥੋੜ੍ਹੀ ਜ਼ਿਆਦਾ ਸੀ। ਕੀ ਕਾਰਨ ਰਹੇ ਡਾਕਟਰ ਸਾਹਿਬ ਇਹਦੇ? ਅਮਨ ਜੀ, ਜਿਹੜਾ ਸਾਰਾ ਕਰੋਨਾ ਦਾ ਜਿਹੜਾ ਕੋਵਿਡ ਦਾ ਟਾਈਮ ਚੱਲਿਆ, ਉਸ ਦੇ ਵਿੱਚ ਬਾਕੀ ਸਾਰੇ ਕੰਟਰੀਜ਼ ਆਲਮੋਸਟ ਬੰਦ ਸੀਗੇ। ਨਿਊਜ਼ੀਲੈਂਡ ਦੀ ਕੱਲ੍ਹ ਦੀ ਸਟੇਟਮੈਂਟ ਸੀਗੀ ਕਿ ਅਸੀਂ ਹੌਲੀ ਹੌਲੀ ਖੋਲ੍ਹਣਾ ਸ਼ੁਰੂ ਕਰਦੇ ਪਏ ਹਾਂ, ਔਰ 2023 ਤੱਕ ਅਸੀਂ ਪੂਰੀ ਤਰ੍ਹਾਂ ਨੋਰਮਲ ਕਰ ਦਿਆਂਗੇ। ਮਤਲਬ ਹਾਲੇ 22 ਵੀ ਚੱਲਦਾ ਪਿਆ, 23 ਤੱਕ ਦੀ ਗੱਲ ਚੱਲਦੀ, ਬੰਦ ਹੀ ਸੀਗਾ ਬਿਲਕੁਲ ਆਲਮੋਸਟ। ਸੋ ਹੋਰ ਵੀ ਕੰਟਰੀਜ਼ ਆਲਮੋਸਟ ਬੰਦ ਸੀ, ਔਰ ਕੈਨੇਡਾ ਕਦੇ ਵੀ ਬੰਦ ਨਹੀਂ ਹੋਇਆ। ਆਪਣੀ ਪੋਲਿਸੀਜ਼ ਨੂੰ ਰਿਲੈਕਸ ਕਰਕੇ ਔਰ ਬਿਲਕੁਲ ਫਲੈਕਸੀਬਲ ਕਰਕੇ ਔਰ AIP ਸ਼ੁਰੂ ਕੀਤੀਆਂ, ਔਨਲਾਈਨ ਸਟੱਡੀਜ਼ ਅਲਾਉਡ ਕੀਤੀਆਂ, ਬੜੇ ਤਰੀਕੇ ਨਾਲ ਉਹਨਾਂ ਨੇ ਕੋਆਪਰੇਟ ਕੀਤਾ, ਔਰ ਵੀਜ਼ਾ ਥਰੂ ਆਊਟ ਦਾ ਪੈਂਡੈਮਿਕ ਜਿਹੜਾ ਹੈ ਚੱਲਦੇ ਰਹੇ। ਰਸ਼ ਬਹੁਤ ਜ਼ਿਆਦਾ ਹੋ ਗਿਆ, ਇੱਕ ਤਾਂ ਇਹ ਕਾਰਨ। ਦੂਸਰਾ ਇਹ ਹੋਇਆ ਕਿ ਅੱਗੇ ਜਿਹੜਾ ਹੈ ਇਨਟੇਕ, ਅਗਰ ਮੰਨ ਲਓ ਕਿਸੇ ਦਾ ਵੀਜ਼ਾ ਨੈਚੁਰਲੀ ਕਿ ਸਟਾਫ ਵੀ ਲਿਮਿਟਿਡ ਹੈਗਾ ਔਰ ਉਹਨਾਂ ਦੀ ਜਿਹੜੀ ਹੈ ਮੈਨ ਪਾਵਰ ਲਿਮਿਟਿਡ ਹੈਗੀ ਹੈ, ਔਰ ਪੈਂਡਿੰਗ ਐਪਲੀਕੇਸ਼ਨਸ ਜ਼ਿਆਦਾ ਰਹੀਆਂ, ਰਸ਼ ਵੀ ਰਿਹਾ ਪੈਂਡਿੰਗ ਐਪਲੀਕੇਸ਼ਨਸ, ਜਿਹੜਾ ਮਤਲਬ ਸਪੀਡ ਵੀ ਸਲੋ ਰਹੀ, ਐਪਲੀਕੇਸ਼ਨਸ ਪੈਂਡਿੰਗ ਹੋ ਗਈਆਂ। ਔਰ ਜੇ ਆਪਣੀ ਜਿਹੜੀ ਕਲਾਸ ਸਟਾਰਟ ਡੇਟ ਤੱਕ ਵੀਜ਼ਾ ਨਹੀਂ ਆਇਆ ਤੇ ਡੈਫਰਮੈਂਟ ਰਿਕੁਐਸਟ ਸਾਨੂੰ ਪਾਣੀ ਪਈ ਕਿ ਅਗਲੇ ਇਨਟੇਕ ਦੇ ਵਿੱਚ ਸੀਟ ਦੇ ਦਿਓ। ਸੋ ਉਸ ਕਰਕੇ ਵੀ ਸੀਟਾਂ ਜਿਹੜੀਆਂ ਹੈ ਆਕੂਪਾਈ ਹੋ ਗਈਆਂ। ਸੋ ਇਹ ਸਾਰੇ ਕਾਰਨਾਂ ਕਰਕੇ ਜਿਹੜਾ ਰਸ਼ ਹੋਇਆ, ਉਸ ਦੇ ਵਿੱਚ ਜਿੰਨੀ ਉਹਨਾਂ ਨੂੰ ਡਿਮਾਂਡ ਸੀ, ਜਿੰਨਾ ਉਹ ਚਾਹੁੰਦੇ ਸੀ ਕੋਟਾ, ਉਸ ਤੋਂ ਜ਼ਿਆਦਾ ਐਪਲੀਕੇਸ਼ਨਸ ਚਲੀਆਂ ਗਈਆਂ ਔਰ ਪੈਂਡਿੰਗ ਰਹੀਆਂ, ਜਿਸ ਦੇ ਕਰਕੇ 5.5 ਬੈਂਡ ਅਗਰ ਕਿਸੇ ਮੋਡਿਊਲ ਦੇ ਵਿੱਚ ਵੀ ਸੀਗੇ ਤੇ ਉਸ ਦਾ ਵੀਜ਼ਾ ਲਾਸਟ ਜਿਹੜਾ ਹੈਗਾ 6 ਜੁਲਾਈ ਨੂੰ ਆਇਆ ਸੀਗਾ। ਤਕਰੀਬਨ 7 ਮਹੀਨੇ ਹੋ ਗਏ ਨੇ, ਤੇ ਉਸ ਦੇ 7 ਮਹੀਨੇ ਦੇ ਵਿੱਚ ਇਹ 5.5 ਬੈਂਡ ਵਾਲੇ ਦਾ ਜੇ ਕਿਸੇ ਵੀ ਮੋਡਿਊਲ ਵਿੱਚ ਅਗੇ ਨਹੀਂ ਵੀਜ਼ਾ ਆਇਆ। PTE ਦੇ ਵੀ 3-4 ਮਹੀਨੇ ਪਹਿਲਾਂ ਵੀਜ਼ੇ ਆਏ ਸੀਗੇ। ਰੀਸੈਂਟਲੀ ਜਿਹੜੇ ਆ PTE ਦੇ ਮੋਸਟ ਕੇਸਿਸ ਰਿਫਿਊਜ਼ ਹੁੰਦੇ ਪਏ ਨੇ, ਕਿਉਂਕਿ ਉਸ ਦੀ ਫਾਈਲ ਵੀ ਜਿਹੜੀ ਹੈ ਨੌਨ SDS ਹੀ ਜਾਣੀ ਸੀ। 5.5 ਦੀ ਵੀ ਜਿਹੜੀ ਆ ਨੌਨ SDS ਵਿੱਚ ਫਾਈਲਾਂ ਲੱਗਦੀਆਂ ਹੁੰਦੀਆਂ ਸੀਗੀਆਂ। ਸੋ ਇਹ ਜਿਹੜੇ ਨੇ ਇਹ ਕਾਰਨ ਸੀਗਾ ਕਿ ਜ਼ਿਆਦਾ ਇਹ ਰਿਫਿਊਜ਼ਲਸ ਜਿਹੜੀਆਂ, ਔਰ 5.5 ਬੈਂਡ ਵਾਲੇ ਤਾਂ ਇਸ ਵਕਤ ਅਸੀਂ ਕੇਸਿਸ, ਕਿਉਂਕਿ ਵੀਜ਼ਾ ਲੱਗਣਾ ਨਹੀਂ ਤੇ ਅਸੀਂ ਕੇਸਿਸ ਲੈਂਦੇ ਹੀ ਨਹੀਂ ਪਏ। ਅੱਛਾ ਡਾਕਟਰ ਸਾਹਿਬ, ਜਿਹੜੇ ਹੁਣ ਬੱਚੇ ਵੇਟਿੰਗ ਦੇ ਵਿੱਚ ਨੇ, ਜਿਨ੍ਹਾਂ ਦੇ ਆਲਰੇਡੀ ਫਾਈਲਸ ਪੁੱਟ ਅਪ ਨੇ, ਹੁਣ ਪਤਾ ਲੱਗ ਰਿਹਾ ਵੀ ਵੀਜ਼ਾ ਹੀ ਨਹੀਂ ਆ ਰਹੇ, ਬਿਲਕੁਲ ਵੇਟ ਕਰਦੇ ਰਹਿਣ ਰਿਜ਼ਲਟ ਦੀ, ਗੈਪ ਪਾਉਂਦੇ ਰਹਿਣ ਔਰ ਅਦਰ ਆਪਸ਼ਨ ਲੈ ਲੈਣ, ਜਿਵੇਂ ਆਸਟ੍ਰੇਲੀਆ ਹੈ, UK ਹੈ, ਜਾਂ ਹੋਰ ਆਪਸ਼ਨਸ ਖੁੱਲ੍ਹੀਆਂ ਉਹਨਾਂ ਲਈ। ਬਿਲਕੁਲ, ਦੇਖੋ ਜਿਨ੍ਹਾਂ ਦੇ ਅਗਰ ਕਿਸੇ ਵੀ ਮੋਡਿਊਲ ਦੇ ਵਿੱਚ 5.5 ਬੈਂਡ ਨੇ ਔਰ ਅਗਰ ਫਾਈਲ ਇਨ ਪ੍ਰੋਸੈਸ ਹੈਗੀ ਹੈ ਤੇ ਉਹ ਬਿਲਕੁਲ ਤਿਆਰ ਰਹਿਣ ਔਰ ਪੂਰੀ ਤਰ੍ਹਾਂ ਮੈਂਟਲੀ ਪ੍ਰੀਪੇਅਰਡ ਹੋ ਜਾਣ ਕਿ ਉਹਨਾਂ ਦੀ ਰਿਫਿਊਜ਼ਲ ਹੋਏਗੀ। ਉਸ ਦਾ ਬੈਟਰ ਤਾਂ ਇਹ ਹੈਗਾ ਕਿ ਫਟਾਫਟ ਆਈਲੈਟਸ ਦੀ ਜਿਹੜੀ ਅਰਲੀਐਸਟ ਪੋਸੀਬਲ ਡੇਟ ਲੈ ਕੇ ਅਗਰ ਉਹ ਇੰਪਰੂਵ ਕਰ ਲੈਣ, 6 ਈਚ ਅਗਰ ਹੋ ਜਾਣ, ਤੇ ਅੰਬੈਸੀ ਨੂੰ ਅਪਡੇਟ ਕਰ ਦੇਵਾਂਗੇ ਕਿ ਹੁਣ ਜਿਹੜੀ ਹੈ ਇਸ ਬੱਚੇ ਦੀ ਫਾਈਲ ਅੰਡਰ ਪ੍ਰੋਸੈਸ ਹੈਗੀ ਹੈ ਸਟੂਡੈਂਟ ਦੀ, ਔਰ ਜਿਹੜੀ ਹੁਣ ਆਈਲੈਟਸ ਦਾ ਸਕੋਰ ਇੰਪਰੂਵ ਹੋ ਗਿਆ, 6 ਈਚ ਔਰ ਹਾਇਰ ਹੋ ਗਿਆ ਹੈਗਾ, ਤੇ ਉਹ ਆਪਾਂ ਸਬਮਿਟ ਕਰਾ ਦਈਏ ਵੈਬ ਫਾਰਮ ਦੇ ਜ਼ਰੀਏ, ਈਮੇਲ ਦੇ ਜ਼ਰੀਏ ਅੰਬੈਸੀ ਨੂੰ, ਤੇ ਆਈ ਹੋਪ ਕਿ ਉਹ ਵੀਜ਼ਾ ਆ ਜਾਣਾ ਚਾਹੀਦਾ। ਅਗਰ ਸਟੂਡੈਂਟ ਨਹੀਂ ਕਰਨਾ ਚਾਹੁੰਦੇ ਰਿਪੀਟ, ਇੰਪਰੂਵ ਨਹੀਂ ਕਰਨਾ ਚਾਹੁੰਦੇ, ਜਾਂ ਦਿੱਤਾ ਹੈਗਾ ਟੈਸਟ ਜਾਂ ਹੁਣ ਦੇ ਰਹੇ ਨੇ ਔਰ ਨਹੀਂ ਇੰਪਰੂਵ ਹੁੰਦੇ, ਤੇ ਫਿਰ ਡੈਫੀਨੇਟਲੀ ਕੁਝ ਹੋਰ ਆਪਸ਼ਨਸ ਜਿਹੜੀ ਹੈ ਕਿਸੇ ਹੋਰ ਕੰਟਰੀ ਦੇ ਵਿੱਚ ਦੇਖਣੀ ਪਏਗੀ, ਜਾਂ ਫਿਰ ਅਗੇਨ ਕਿ ਭਾਵੇਂ ਉਹ ਵਿਡਰਾਲ ਪਾ ਲੈਣ, ਰਿਫਿਊਜ਼ਲ ਦੇ ਬਜਾਏ ਅੰਬੈਸੀ ਨੂੰ ਵਿਡਰਾਲ ਪਾ ਲੈਣ ਕਿ ਹੁਣ ਅਸੀਂ ਆਪਣਾ ਕੇਸ ਪ੍ਰੋਸੈਸ ਨਹੀਂ ਕਰਵਾਉਣਾ ਚਾਹੁੰਦੇ ਔਰ ਸਾਡਾ ਵਿਡਰਾ ਕਰਨਾ ਚਾਹੁੰਦੇ ਆਪਣਾ ਕੇਸ, ਵਿਡਰਾਲ ਹੋ ਜਾਏਗੀ, ਬਾਅਦ ਵਿੱਚ ਇੰਪਰੂਵ ਕਰਕੇ ਹੀ ਕੈਨੇਡਾ ਦੇ ਵਾਸਤੇ ਫਾਈਲ ਲਾਣੀ ਚਾਹੀਦੀ ਹੈ। ਅਦਰਵਾਈਜ਼
ਡੈਫੀਨੇਟਲੀ ਜਿਹੜੀਆਂ ਹੋਰ ਆਪਸ਼ਨਸ ਜਿਹੜੀਆਂ ਦੇਖ ਲੈਣੀਆਂ ਚਾਹੀਦੀਆਂ ਜੀ। ਸੋ ਇਹ ਕਹਿੰਦੇ ਦੇਖੋ ਇਹ ਸਾਨੂੰ ਕੋਈ ਚੰਗਾ ਤਾਂ ਨਹੀਂ ਲੱਗ ਰਿਹਾ ਵੀ ਰਿਫਿਊਜ਼ਲ ਬਹੁਤ ਜ਼ਿਆਦਾ ਆਈਆਂ ਨੇ, ਬਟ ਜੋ ਰਿਐਲਿਟੀ ਹੈ ਤੁਹਾਡੇ ਅੱਗੇ ਰੱਖਣਾ ਜ਼ਰੂਰੀ ਹੈ। ਸੋ CICC ਮੈਂਬਰ ਰਵੀ ਗਰਗ ਜੀ ਮੇਰੇ ਨਾਲ ਮੌਜੂਦ ਨੇ। ਤੁਸੀਂ ਫਾਈਲ ਕਿਤੋਂ ਵੀ ਕਰੀ ਹੋਈ ਹੈ, ਅਦਰ ਆਪਸ਼ਨਸ ਦੇਖਣਾ ਚਾਹੁੰਦੇ ਹੋ ਵੀ ਇੱਕ ਅਸੈਸਮੈਂਟ ਸਹੀ ਮਿਲ ਜਾਏ ਵੀ ਹੁਣ ਇਹਨੂੰ ਕੰਟੀਨਿਊ ਕਰੀਏ ਜਾਂ ਅਦਰ ਆਪਸ਼ਨ ਦੇਖ ਲਈਏ, ਜਾਂ ਜਿਵੇਂ ਸਰ ਨੇ ਕਿਹਾ IELTS ਦੁਆਰਾ ਕਰ ਲਓ ਤਾਂ ਕਿ ਇੱਕ ਅਪਡੇਟ ਕੀਤਾ ਜਾ ਸਕੇ ਵੈਬ ਫਾਰਮ ਵੀ IELTS ਦੁਆਰਾ ਕਰ ਲਈਏ ਜੀ, SDS ਕੰਸੀਡਰ ਕੀਤਾ ਜਾਵੇ। ਉਹਨਾਂ ਲਈ ਇਹਨਾਂ ਦੇ ਆਫਿਸ ਵਿਜ਼ਿਟ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਇਹਨਾਂ ਦੇ ਨੰਬਰ TV ਸਕਰੀਨ 'ਤੇ ਚੱਲ ਰਹੇ ਹੈ, ਉੱਤੇ ਕਾਲ ਕਰਕੇ ਅਪਾਇੰਟਮੈਂਟ ਲੈ ਕੇ ਡਾਕਟਰ ਸਾਹਿਬ ਨੂੰ ਵੀ ਮਿਲਿਆ ਜਾ ਸਕਦਾ। CICC ਜਿਹਦਾ ਨਵਾਂ ਨਾਮ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟ ਇਹ ਕਰ ਦਿੱਤਾ ਗਿਆ। ਜੋ ਪਹਿਲੇ ਆਪਾਂ ICCRC ਮੈਂਬਰ ਕਹਿੰਦੇ ਸੀ, ਹੁਣ ਉਹਦਾ ਨਵਾਂ ਨਾਮ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਸੀ ਉਹ ਕਰ ਦਿੱਤਾ ਗਿਆ। ਇਹਦੇ 'ਚ ਧਿਆਨ ਰੱਖਿਓ ਵੀ ਆਲਰੇਡੀ ਜਿਹੜੇ ਬੰਦੇ ਨੂੰ ਤੁਸੀਂ ਕੰਸਲਟ ਕਰ ਰਹੇ ਹੋ ਆਪ ਹੋਵੇ ਤਾਂ ਫਾਇਦਾ, ਇਹ ਨਾ ਹੋਵੇ ਵੀ ਪੈਨਲ 'ਤੇ ਨੇ ਉਹਦਾ ਕੋਈ ਬੈਨੀਫਿਟ ਨਹੀਂ ਮਿਲਣਾ। ਡਾਕਟਰ ਸਾਹਿਬ ਇੱਕ ਹੋਰ ਚੀਜ਼, ਜਦੋਂ ਅੱਜ ਕੈਨੇਡਾ ਦੀ ਗੱਲ ਕਰਦੇ ਹਾਂ ਅਸੀਂ ਨੌਨ SDS ਦੀ ਗੱਲ ਕਰ ਲਈ, PTE ਦੀ ਗੱਲ ਕਰ ਲਈ, ਗੱਲ ਉਹਨਾਂ ਦੀ ਵੀ ਕਰ ਲਈ ਜਿਹੜੇ 90% ਓਵਰਆਲ 8 ਬੈਂਡ ਨਾਲ ਰਿਫਿਊਜ਼ ਹੋਏ, ਗੱਲ ਉਹਨਾਂ ਦੀ ਕਰ ਲਈਏ ਜਿਹਨੂੰ SDS ਕੰਸੀਡਰ ਕੀਤਾ, ਗੱਲ ਉਹਨਾਂ ਦੀ ਵੀ ਕਰੀਏ ਜਿਨ੍ਹਾਂ ਨੂੰ ਯੂਨੀਵਰਸਿਟੀਜ਼ ਦੇ ਵਿੱਚ ਐਡਮਿਸ਼ਨ ਲੈ ਕੇ ਵੀ, ਐਟਲੈਂਟਿਕਸ ਦੇ ਵਿੱਚ ਐਡਮਿਸ਼ਨ ਲੈ ਕੇ ਵੀ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ, ਉਹਨਾਂ ਦੇ ਕਾਰਨ ਕੀ ਰਹੇ? ਦੇਖੋ ਅਮਨ ਜੀ, ਮੈਂ ਪਰਸਨਲੀ ਇਹ ਆਪਣੀ ਕੰਪਨੀ ਦੀ ਗੱਲ ਕਰਾਂ ਤਾਂ ਮੈਨੂੰ ਯਾਦ ਨਹੀਂ ਕਿ ਕੋਈ ਇਸ ਤਰ੍ਹਾਂ ਦੇ ਕੇਸ ਹੋਏ ਹੋਣ, ਲੇਕਿਨ ਰੇਅਰਲੀ ਹਮੇਸ਼ਾ ਤੋਂ ਹੁੰਦਾ ਆਇਆ ਹੈਗਾ ਕਿ ਰੇਅਰਲੀ ਇਹ ਗੱਲ ਸਮਝ ਤੋਂ ਬਾਹਰ ਹੁੰਦੀ ਹੈ ਕਿ 10 ਵਿੱਚੋਂ ਤੁਸੀਂ ਇਹ ਲਾਓ ਅਮਨ ਜੀ ਕਿ 10 ਵਿੱਚੋਂ 8 ਕੇਸਿਸ ਸਾਡੀ ਐਕਸਪੈਕਟੇਸ਼ਨ ਦੇ ਮੁਤਾਬਿਕ ਵੀਜ਼ੇ ਮਤਲਬ ਰਿਜ਼ਲਟ ਆਉਂਦੇ ਨੇ। ਸਾਨੂੰ ਪਤਾ ਹੁੰਦਾ ਵੀ ਬੜਾ ਵੀਕ ਕੇਸ ਹੈ, ਇਹਦਾ ਰਿਫਿਊਜ਼ਲ ਦੇ ਚਾਂਸ ਜ਼ਿਆਦਾ ਨੇ, ਉਹਦੀ ਰਿਫਿਊਜ਼ਲ ਆਏਗੀ। ਔਰ ਅਗਰ ਸਾਨੂੰ ਲੱਗਦਾ ਕਿ ਬਹੁਤ ਵਧੀਆ ਕੇਸਿਸ ਨੇ 75%, 80%, 85 ਔਰ ਬੈਂਡ ਵੀ 6 ਈਚ ਹਾਇਰ ਔਰ ਇਹਦੇ ਵੀਜ਼ੇ ਦੇ ਹਾਈ ਚਾਂਸ ਨੇ, ਉਹਦੇ ਵੀਜ਼ੇ ਆਉਣਗੇ। ਲੇਕਿਨ 10 ਵਿੱਚੋਂ 2 ਕੇਸਿਸ 100 ਵਿੱਚੋਂ 20 ਕੇਸਿਸ ਜਿਹੜੇ ਨੇ ਅਨਐਕਸਪੈਕਟਡ ਰਿਜ਼ਲਟਸ ਦਾ ਮਤਲਬ ਜਿਹੜੇ ਵੀਕ ਕੇਸਿਸ ਨੇ ਉਹਨਾਂ ਦਾ ਵੀਜ਼ਾ ਆਉਂਦਾ ਔਰ ਜਿਹੜੇ ਵੈਰੀ ਗੁੱਡ ਕੇਸਿਸ ਨੇ ਉਹਨਾਂ ਦਾ ਰਿਫਿਊਜ਼ਲ ਹੋ ਜਾਂਦਾ। ਲੇਕਿਨ ਜਿਹੜੇ ਵੈਰੀ ਗੁੱਡ ਕੇਸਿਸ ਨੇ ਉਹਨਾਂ ਨੂੰ ਨੈਚੁਰਲੀ ਅਸੀਂ ਕੀ ਚੀਜ਼ ਦੇਖਦੇ ਹਾਂ ਕਿ ਮਾਰਕਸ ਕਿੰਨੇ ਨੇ, ਇੰਡੀਵਿਜੂਅਲ ਸਬਜੈਕਟਸ ਵਿੱਚ ਕਿੰਨੇ ਨੇ, ਇੰਡੀਵਿਜੂਅਲ ਸਬਜੈਕਟਸ ਦੇ ਅੱਗੇ ਥਿਊਰੀ ਦੇ ਵਿੱਚ ਵੀ ਚਲੇ ਜਾਈਏ ਤੇ ਉਹਦੇ ਵਿੱਚ ਕਿੰਨੇ ਨੇ। ਜਸਟ 50% ਨੂੰ ਜਿਹੜਾ ਹੋਣੇ ਚਾਹੀਦੇ ਨੇ ਥਿਊਰੀ ਦੇ ਵਿੱਚ, ਭਾਵੇਂ +2 ਕੀਤੀ ਹੈ, ਭਾਵੇਂ ਗ੍ਰੈਜੂਏਸ਼ਨ ਮਾਸਟਰਸ ਕੁਛ ਵੀ ਕੀਤੀ ਹੈ, ਔਰ ਲਾਸਟ ਐਜੂਕੇਸ਼ਨ ਜਿਹੜੀ ਹੈ ਕੰਸੀਡਰ ਹੋਣੀ ਹੈ ਔਰ ਉਸ ਦੇ ਵਿੱਚ ਥਿਊਰੀ ਦੇ ਵਿੱਚ 50% ਤੋਂ ਹਾਇਰ ਨੇ, ਬੈਂਡ 6 ਈਚ ਤੋਂ ਹਾਇਰ ਨੇ, ਪੋਸਟ ਗ੍ਰੈਜੂਏਟ ਪ੍ਰੋਗਰਾਮ ਵਾਸਤੇ 6.5 ਨੋਟ ਲੈਸ ਦੈਨ 6। ਮਤਲਬ ਇਹ ਸਾਨੂੰ ਪਤਾ ਹੁੰਦਾ। ਪਾਇਨੀਅਰ ਇਮੀਗ੍ਰੇਸ਼ਨ 2003 ਤੋਂ ਸੇਵਾਵਾਂ ਕਰਦੀ ਆ ਰਹੀ, ਬੜਾ ਲੰਬਾ ਐਕਸਪੀਰੀਅੰਸ। 2007 ਤੋਂ ਮੈਂ ਉਦੋਂ ਕੈਨੇਡੀਅਨ ਸੁਸਾਇਟੀ ਆਫ ਇਮੀਗ੍ਰੇਸ਼ਨ ਕੰਸਲਟੈਂਟਸ ਹੁੰਦੀ ਸੀ, ਬਾਅਦ ਵਿੱਚ ਨਾਂ ਚੇਂਜ ਕਰਕੇ 2011 ਦੇ ਵਿੱਚ ICCRC ਹੋ ਗਿਆ। ਹੁਣ 23 ਨਵੰਬਰ 2021 ਦੇ ਵਿੱਚ ਜਿਹੜਾ CICC ਜਿਸ ਤਰ੍ਹਾਂ ਜੀ ਤੁਸੀਂ ਦੱਸਿਆ ਉਹ ਹੋ ਗਿਆ। ਸੋ ਬੜਾ ਲੰਬਾ ਐਕਸਪੀਰੀਅੰਸ ਔਰ ਉਸ ਦੇ ਨਾਲ ਸਾਨੂੰ ਪਤਾ ਹੈ ਕਿ ਗੁੱਡ ਪ੍ਰੋਫਾਈਲ ਹੈ। ਅਗਰ ਗਲਤੀ ਨਾਲ ਉਹ ਕਿਸੇ ਕਾਰਨ ਕਰਕੇ ਡਿਪੈਂਡਸ ਔਨ ਵੀਜ਼ਾ ਆਫਿਸਰ ਕਿ ਰਿਫਿਊਜ਼ ਕਰ ਦਿੱਤੀ ਗਈ ਹੈਗੀ ਹੈ ਤੇ ਸਿੰਪਲੀ ਰੀਅਪਲਾਈ ਕਰਾਂਗੇ, ਦੁਬਾਰਾ ਅਪਲਾਈ ਕਰਦੇ ਹੈਗੇ ਆ। ਔਰ ਕੋਈ ਵੀ ਇਸ ਤਰ੍ਹਾਂ ਦਾ ਕੇਸ ਹੋਏ ਤੇ ਡੈਫੀਨੇਟਲੀ ਆਲਮੋਸਟ ਕੋਈ ਦਿੱਕਤ ਨਹੀਂ ਔਰ ਵੀਜ਼ਾ ਲੱਗਦੇ ਹੈਗੇ, ਕੋਈ ਚਿੰਤਾ ਨਹੀਂ ਕਰਨੀ। ਸੋ ਬਿਲਕੁਲ ਜੀ, CICC ਮੈਂਬਰ ਐਕਚੁਅਲ ਹੁੰਦੇ ਕੌਣ ਨੇ, CICC ਮੈਂਬਰ ਦਾ ਬੈਨੀਫਿਟ ਕੀ ਹੈ, ਇਹਦੇ ਲਈ ਤੁਹਾਨੂੰ ਇੱਕ ਵੀਡੀਓ ਦਿਖਾਉਣ ਲੱਗੇ ਹਾਂ ਤਾਂ ਕਿ ਇੱਕ ਐਗਜ਼ੈਕਟਲੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਪਾਏ। ਉਹਦੇ ਲਈ ਆਓ ਦੇਖਦੇ ਹਾਂ ਇੱਕ ਵੀਡੀਓ। Regulated Canadian immigration consultants and regulated international student immigration advisors hold in their hands the future of those who dream of making a new life in Canada. It's more than a job, it's a calling. It demands a sense of duty and a passion to be the best. These consultants and advisors must be worthy of the trust placed in them by those who need help navigating the immigration process. That trust doesn't happen by accident. Building trust comes from setting and adhering to high educational, professional, and ethical standards. Building trust also results from a regulated, disciplined profession that protects immigrants, their families, and the public. The College of Immigration and Citizenship Consultants is a standard bearer, enhancing the reputation of licensed consultants and advisors by safeguarding the public. And when we champion the college's regulation, standards, excellence, and enforcement, we serve as ambassadors for Canada's reputation as a peaceful, prosperous destination with a world-class immigration system. We build trust when we all meet the challenge to be the best. The College of Immigration and Citizenship Consultants. ਸੋ ਇਹ ਸੀ ਜੀ CICC ਮੈਂਬਰ
ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟ ਬਾਰੇ ਜਾਣਕਾਰੀ, ਜੋ ਕਿ ਡਾਕਟਰ ਸਾਹਿਬ ਖੁਦ ਨੇ ਜਿਵੇਂ ਦੱਸਿਆ ਉਹਨਾਂ ਨੇ 2 ਬਾਡੀਜ਼ ਪਹਿਲੇ ਬਣੀਆਂ, ਉਹਨਾਂ ਦੇ ਨਾਮ ਚੇਂਜ ਹੋਏ, ਹੁਣ ਤੀਜੀ ਬਾਡੀ ਦਾ ਨਾਮ ਫਿਰ ਚੇਂਜ ਹੋਇਆ। ਡਾਕਟਰ ਸਾਹਿਬ ਇਹ ਕੀ ਕਾਰਨ ਰਹਿੰਦੇ ਨੇ, ਨਾਮ ਕਿਉਂ ਚੇਂਜ ਹੁੰਦਾ, ਕਿਉਂ ਕਨਫਿਊਜ਼ਨ ਹੋ ਜਾਂਦੀ ਬੱਚੇ ਨੂੰ, ਸ਼ਾਇਦ ਇਹ ਅਲੱਗ ਬਾਡੀ ਤੋਂ ਆ ਗਿਆ ਕੋਈ? ਬਿਲਕੁਲ ਅਮਨ ਜੀ, ਇਹਦੇ 'ਚ ਮੇਨ ਇੱਕ ਇਹ ਵੀ ਰੀਜ਼ਨ ਹੈਗਾ ਕਿ ਜਦੋਂ ਸਰਕਾਰ ਚੇਂਜ ਹੁੰਦੀ ਹੈ ਅਤੇ ਕੋਈ ਕੁਛ ਕਾਰਨਾਂ ਕਰਕੇ ਉਹ ਪੋਲੀਟੀਕਲ ਰੀਜ਼ਨਸ ਕਰਕੇ ਵੀ ਚੇਂਜ ਕਰ ਦਿੰਦੇ ਨੇ। ਲੇਕਿਨ ਇਸ ਵਾਰ ਮੇਨ ਜਿਹੜਾ ਸਰਕਾਰ ਵੀ ਉਹੀ ਸੀਗੀ, ਚੇਂਜ ਨਹੀਂ ਹੋਈ। ਔਰ ਕਿਉਂ ਚੇਂਜ ਕੀਤਾ ਗਿਆ? ਲਾ ਦੇ ਮੁਤਾਬਕ ਕੁਛ ਜਿਹੜੀ ਪਿਛਲੀ ਸਰਕਾਰ ਨੇ ਜਿਹੜਾ ਉਦੋਂ ICCRC ਜਦੋਂ ਇਹੀ ਸਰਕਾਰ ਪਿਛਲੀ ਵਾਰ ਬਣੀ ਸੀ, ਕੁਛ ਰੂਲਸ ਐਂਡ ਰੈਗੂਲੇਸ਼ਨਸ ਫਰੇਮ ਕਰ ਦਿੱਤੇ, ਪਾਵਰਸ ਦਿੱਤੀਆਂ ਗਈਆਂ ICCRC ਨੂੰ, ਔਰ ਉਹ ਹੁਣ ਇਹ ਇਨਕਰੀਜ਼ ਕਰਨਾ ਚਾਹੁੰਦੇ ਸੀਗੇ, ਕਾਫੀ ਕੁਛ ਚੇਂਜਸ ਲਿਆਉਣਾ ਚਾਹੁੰਦੇ ਸੀ ਜਿਹੜੇ ਕਿ ਪਿਛਲੇ ਰੂਲਸ ਰੈਗੂਲੇਸ਼ਨਸ ਦੇ ਮੁਤਾਬਕ ਪੋਸੀਬਲ ਨਹੀਂ ਸੀਗੇ। ਸੋ ਉਹਨਾਂ ਨੇ ਇੱਕ ਨਵੀਂ ਬੋਡੀ ਬਣਾ ਦਿੱਤੀ ਜਿਸ ਦਾ ਨਾਮ CICC। ਔਰ ਦੇਖੋ ਕਿ ਇੱਕ ਇਹ ਵੀ ਰੀਜ਼ਨ ਸੀ ਕਿ ਕੈਨੇਡਾ ਦੇ ਵਿੱਚ ਜਿੰਨੀਆਂ ਵੀ ਰੈਗੂਲੇਟਿੰਗ ਬੋਡੀਜ਼ ਨੇ ਉਹਨਾਂ ਦਾ ਨਾਂ ਇਸੇ ਤਰ੍ਹਾਂ ਸ਼ੁਰੂ ਹੁੰਦਾ ਕਾਲਜ ਤੋਂ, ਜਿਸ ਤਰ੍ਹਾਂ ਜਿਹੜਾ ਡਾਕਟਰਸ ਨੇ ਕਾਲਜ ਆਫ ਫਿਜ਼ੀਸ਼ੀਅਨਸ ਹੈਗਾ, ਨਰਸਿਸ ਨੇ ਕਾਲਜ ਆਫ ਨਰਸਿਸ ਹੈਗਾ, ਇਸ ਤਰ੍ਹਾਂ ਹੀ ਕਾਲਜ ਤੋਂ ਸ਼ੁਰੂ ਹੋ ਕੇ ਅੱਗੇ ਆਉਂਦਾ। ਅਤੇ ਇਮੀਗ੍ਰੇਸ਼ਨ ਕੰਸਲਟੈਂਟਸ ਦਾ ਨਾਂ ਵੱਖਰਾ ਸੀਗਾ, ਇਮੀਗ੍ਰੇਸ਼ਨ ਕੰਸਲਟੈਂਟਸ ਆਫ ਕੈਨੇਡਾ ਰੈਗੂਲੇਟਰੀ ਕਾਊਂਸਲ ਦੇ ਨਾਂ 'ਤੇ ICCRC, ਜਿਹੜਾ ਕਿ ਹੁਣ ਨਾਂ ਬਦਲ ਕੇ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ। ਅਤੇ ਇਸ ਦੇ ਵਿੱਚ ਖਾਸ ਤੌਰ 'ਤੇ ਉਸ ਨੂੰ ਪਾਵਰਸ ਦਿੱਤੀਆਂ ਗਈਆਂ ਇਸ ਬੋਡੀ ਨੂੰ ਕਿ ਜਿਹੜੇ ਅਨਰੈਗੂਲੇਟਿਡ ਅਨਆਥੋਰਾਈਜ਼ਡ ਕੰਸਲਟੈਂਟਸ ਇਲੀਗਲੀ ਕੰਮ ਕਰਦੇ ਨੇ ਗੈਰ ਕਾਨੂੰਨੀ ਤਰੀਕੇ ਨਾਲ, ਉਹਨਾਂ ਦੇ ਉੱਪਰ ਐਕਸ਼ਨ ਜਿਹੜਾ ਹੈ ਲਿੱਤਾ ਜਾ ਸਕੇ, ਵਧਾਇਆ ਜਾ ਸਕੇ। ਔਰ ਜਿਹੜੇ ਗਲਤ ਤਰ੍ਹਾਂ ਨਾਲ ਔਰ ਜਿਹੜੇ ਰੈਗੂਲੇਟਿਡ ਕੰਸਲਟੈਂਟਸ ਵੀ ਜਿਹੜੇ ਫਰਾਡ ਕਰਦੇ ਨੇ ਉਹਨਾਂ ਦੇ ਉੱਪਰ ਵੀ ਐਕਸ਼ਨਸ ਲਿੱਤੇ ਜਾ ਸਕਣ। ਸੋ ਇਹ ਜਿਹੜਾ ਹੈ ਖਾਸ ਤੌਰ 'ਤੇ ਇਸ ਇੰਡਸਟਰੀ ਨੂੰ ਹੋਰ ਜ਼ਿਆਦਾ ਵਧੀਆ ਬਣਾਉਣ ਵਾਸਤੇ ਔਰ ਪਾਵਰਸ ਦੇਣ ਵਾਸਤੇ ਜਿਹੜਾ ਕੀਤਾ ਗਿਆ ਜੀ। ਐਕਚੁਅਲ CICC ਮੈਂਬਰ ਦੇ ਬੈਨੀਫਿਟ ਕੀ ਰਹੇ? ਕਈਆਂ ਨੇ ਉਹ ਬੈਨੀਫਿਟ ਲਏ ਹੈ, ਉਹ ਕੁਝ ਸਟੂਡੈਂਟ ਵੀ ਸਾਡੇ ਨਾਲ ਮੌਜੂਦ ਨੇ, ਆਓ ਉਹਨਾਂ ਨੂੰ ਮਿਲ ਕੇ ਜਾਣਦੇ ਹਾਂ ਉਹਨਾਂ ਦੇ ਰਿਜ਼ਲਟਸ ਅਤੇ ਉਹਨਾਂ ਦੇ ਐਕਸਪੀਰੀਅੰਸ ਬਾਰੇ। ਆਓ ਮਿਲਦੇ ਹਾਂ ਕੁਝ ਬੱਚਿਆਂ ਨੂੰ। ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਅਮਨ, ਮੈਂ ਨੂਰ ਮਹਿਲ ਤੋਂ, ਐਂਡ ਮੈਂ ਰੀਸੈਂਟਲੀ ਗ੍ਰੈਜੂਏਸ਼ਨ ਕੀਤੀ ਸੀ BBA GN ਯੂਨੀਵਰਸਿਟੀ ਤੋਂ, ਐਂਡ ਮੈਨੂੰ ਕੈਨੇਡਾ ਵੀਜ਼ਾ ਲੈਣਾ ਸੀਗਾ ਅਤੇ ਮੈਂ ਪਾਇਨੀਅਰ ਜਲੰਧਰ ਵਿਜ਼ਿਟ ਕੀਤਾ। ਇੱਥੇ ਮੈਂ ਰਵੀ ਸਰ ਨੂੰ ਮਿਲਿਆ ਅਤੇ ਉਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਅਤੇ ਵਿਦਿਨ 1 ਮੰਥ ਮੇਰਾ ਆਫਰ ਲੈਟਰ ਆ ਗਿਆ ਸੀਗਾ। ਅਤੇ ਮੈਨੂੰ ਐਡਮਿਸ਼ਨ ਮੈਂ ਲੈਂਟਨ ਕਾਲਜ ਐਂਡ ਮੇਰਾ ਕੋਰਸ ਬਿਜ਼ਨਸ ਮੈਨੇਜਮੈਂਟ ਹਿਊਮਨ ਰਿਸੋਰਸਿਸ ਹੈ ਅਤੇ ਮੇਰਾ ਜਨਵਰੀ ਇਨਟੇਕ ਹੈ 2022। ਐਂਡ ਅੱਜ ਮੇਰਾ ਵੀਜ਼ਾ ਆ ਗਿਆ ਅਤੇ ਅੱਜ ਮੈਂ ਬਹੁਤ ਖੁਸ਼ ਹਾਂ ਅਤੇ ਮੈਂ ਥੈਂਕ ਯੂ ਕਰਦਾ ਹਾਂ ਪੂਰੇ ਸਟਾਫ ਦਾ ਐਂਡ ਰਵੀ ਸਰ ਦਾ ਅਤੇ ਮੈਨੂੰ ਵੀਜ਼ਾ ਮਿਲਿਆ। ਥੈਂਕ ਯੂ। My name is Diksha Mehta. So मैंने अभी रिसेंटली अपनी दैट आई हैव completed my bachelor's in commerce. मैंने अपनी BCom किया from SD कॉलेज। आफ्टर दैट उसके बाद मैंने अपना कनाडा जाने का थोड़ा प्लान सोचा। सो अब मैं कोई अच्छा सा एजेंट ढूंढ रही थी, तो वन ऑफ माई क्लोजेस्ट रिलेटिव मुझे सजेस्ट किया कि आई शुड कंसल्ट विद द पायनियर इमिग्रेशन। सो ऑन देयर बिहाफ मैं यहाँ पे आई पायनियर इमिग्रेशन एंड देन आई कंसल्टेड विद रवि गर्ग सर। So they suggested me one of the best college of Canada, that is Sault College, and they suggested me the course that is Global Business Management. After that हमने अपने ऑफर लेटर के लिए अप्लाई किया। उसके बाद हमारा विदिन 1 मंथ मेरा ऑफर लेटर आ गया। आफ्टर दैट हमने अपने सारे रिक्वायरमेंट्स पूरे किए एंड आफ्टर ऑल दैट स्टेप्स आज मैंने अपना वीज़ा दैट इज़ कैनेडियन वीज़ा फॉर माई स्टडी परमिट मैंने रिसीव किया है। सो थैंक यू टू दैट कंसल्टेंट। मैं सबको यही कहना चाहूँगी कि वंस दे शुड विजिट पायनियर इमिग्रेशन, देयर सर्विसेज आर वेरी गुड। ਸਤਿ ਸ਼੍ਰੀ ਅਕਾਲ ਜੀ, ਮੈਂ ਹਰਵਿੰਦਰਪਾਲ ਐਂਡ ਮੈਂ ਰੀਸੈਂਟਲੀ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਸਿਵਲ ਇੰਜੀਨੀਅਰਿੰਗ ਵਿੱਚ ਐਂਡ ਉਸ ਤੋਂ ਬਾਅਦ ਮੈਂ ਆਪਣੀ IELTS ਕੰਪਲੀਟ ਕਰਨ ਤੋਂ ਬਾਅਦ ਐਂਡ ਮੈਂ ਪਾਇਨੀਅਰ ਇਮੀਗ੍ਰੇਸ਼ਨ ਦੇ ਆਫਿਸ ਵਿਜ਼ਿਟ ਕੀਤਾ ਐਂਡ ਉਸ ਤੋਂ ਬਾਅਦ ਮੈਨੂੰ ਰਵੀ ਸਰ ਨੇ ਸੁਜੈਸਟ ਕੀਤਾ ਲੈਂਟਨ ਕਾਲਜ ਐਂਡ ਪ੍ਰੋਜੈਕਟ ਮੈਨੇਜਮੈਂਟ ਕੋਰਸ। ਉਸ ਤੋਂ ਬਾਅਦ ਮੈਂ ਉਹਨਾਂ ਦੀ ਸੁਜੈਸ਼ਨ ਨੂੰ ਸਮਝਦੇ ਹੋਏ ਲੈਂਟਨ ਕਾਲਜ ਵਿੱਚ ਅਪਲਾਈ ਕੀਤਾ ਐਂਡ ਵਿਦਿਨ ਅ ਵੀਕ ਮੇਰੀ ਆਫਰ ਲੈਟਰ ਵੀ ਆ ਗਈ ਐਂਡ ਉਸ ਤੋਂ ਬਾਅਦ ਅੱਜ ਮੇਰਾ ਵੀਜ਼ਾ ਆ ਚੁੱਕਿਆ ਐਂਡ ਤੁਸੀਂ ਸਾਰੇ ਮੇਰਾ ਵੀਜ਼ਾ ਦੇਖ ਸਕਦੇ ਹੋ ਐਂਡ ਮੈਂ ਤੁਹਾਨੂੰ ਸਾਰਿਆਂ ਨੂੰ ਸੁਜੈਸਟ ਕਰਾਂਗਾ ਕਿ ਪਾਇਨੀਅਰ ਇਮੀਗ੍ਰੇਸ਼ਨ ਜ਼ਰੂਰ ਵਿਜ਼ਿਟ ਕਰੋ, ਇਹਨਾਂ ਦੀਆਂ ਸਰਵਿਸਿਜ਼ ਬਹੁਤ ਜ਼ਿਆਦਾ ਵਧੀਆ ਨੇ। ਮੇਰਾ ਨਾਮ ਕਾਰਜੀਤ ਸਿੰਘ ਬਰਾੜ, ਮੈਂ ਆਪਣੀ +2 2020 ਵਿੱਚ ਪਾਸ ਆਊਟ ਕੀਤੀ ਸੀ ਮੈਡੀਕਲ ਸਟਰੀਮ ਵਿੱਚ। ਜਿਸ ਤੋਂ ਬਾਅਦ ਮੈਂ ਆਪਣੀ ਫੋਰਨ ਸਟੱਡੀ ਦਾ ਪਲਾਨ ਬਣਾਇਆ ਅਤੇ ਉਸ ਦੇ ਰਿਗਾਰਡਿੰਗ ਮੈਂ ਡਾਕਟਰ ਰਵੀ ਗਰਗ ਨੂੰ ਮਿਲਿਆ। ਉਹਨਾਂ ਨੇ ਮੇਰੀ ਪ੍ਰੋਫਾਈਲ ਦੇਖ ਕੇ ਮੈਨੂੰ ਅਰਲੀ ਚਾਈਲਡਹੁੱਡ ਐਜੂਕੇਸ਼ਨ ਸ਼ੈਡਨ ਕਾਲਜ ਵਿੱਚ ਸ਼ੈਡਨ ਕਾਲਜ ਵਿੱਚ ਰਿਕਮੈਂਡ ਕੀਤਾ ਅਤੇ ਕੁਛ ਦਿਨ ਵਿੱਚ ਮੇਰੀ ਫਾਈਲ ਲਗਾ ਦਿੱਤੀ ਗਈ ਅਤੇ ਉਸ ਤੋਂ ਬਾਅਦ ਹੀ ਮੇਰਾ ਥੋੜ੍ਹੇ ਦਿਨਾਂ ਦੇ ਅੰਦਰ ਵੀਜ਼ਾ ਆ ਗਿਆ
ਤੇ ਜਿਸ ਦੇ ਕਾਰਨ ਮੈਂ ਡਾਕਟਰ ਰਵੀ ਗਰਗ ਤੇ ਪੂਰੀ ਪੁਆਇੰਟ ਟੀਮ ਦਾ ਧੰਨਵਾਦੀ ਹਾਂ। ਥੈਂਕ ਯੂ। ਹੈਲੋ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਅਮਨ, ਮੈਂ ਨੂਰ ਮਹਿਲ ਤੋਂ ਐਂਡ ਮੈਂ ਰੀਸੈਂਟਲੀ ਗ੍ਰੈਜੂਏਸ਼ਨ ਕੀਤੀ ਸੀ BBA GNU ਯੂਨੀਵਰਸਿਟੀ ਤੋਂ ਐਂਡ ਮੈਨੂੰ ਕੈਨੇਡਾ ਵੀਜ਼ਾ ਲੈਣਾ ਸੀਗਾ ਤੇ ਮੈਂ ਪਾਇਨੀਅਰਿੰਗ ਜਲੰਧਰ ਵਿਜ਼ਿਟ ਕੀਤਾ। ਇੱਥੇ ਮੈਂ ਰਵੀ ਸਰ ਨੂੰ ਮਿਲਿਆ ਤੇ ਉਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਤੇ ਵਿਦਿਨ 1 ਮੰਥ ਮੇਰਾ ਆਫਰ ਲੈਟਰ ਆ ਗਿਆ ਸੀਗਾ ਤੇ ਮੈਨੂੰ ਐਡਮਿਸ਼ਨ ਮੈਂ ਲੈਂਟਨ ਕਾਲਜ ਐਂਡ ਮੇਰਾ ਕੋਰਸ ਬਿਜ਼ਨਸ ਮੈਨੇਜਮੈਂਟ ਹਿਊਮਨ ਰਿਸੋਰਸਿਸ ਹੈ ਤੇ ਮੇਰਾ ਜਨਵਰੀ ਇਨਟੇਕ ਹੈ 2022 ਐਂਡ ਅੱਜ ਮੇਰਾ ਵੀਜ਼ਾ ਆ ਗਿਆ ਤੇ ਅੱਜ ਮੈਂ ਬਹੁਤ ਖੁਸ਼ ਹਾਂ ਤੇ ਮੈਂ ਥੈਂਕ ਯੂ ਕਰਦਾ ਹਾਂ ਪੂਰੇ ਸਟਾਫ ਦਾ ਐਂਡ ਰਵੀ ਸਰ ਦਾ ਤੇ ਮੈਨੂੰ ਵੀਜ਼ਾ ਮਿਲਿਆ। ਥੈਂਕ ਯੂ। ਸੋ ਇਹ ਸੀਗਾ ਜੀ ਕੋਈ ਸਟੂਡੈਂਟ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ ਤੇ ਹੁਣ ਗੱਲਬਾਤ ਫਿਰ ਡਾਕਟਰ ਸਾਹਿਬ ਨਾਲ ਦੁਆਰਾ ਅਸੀਂ ਡਾਕਟਰ ਸਾਹਿਬ ਜਿਹੜੇ ਸਟੂਡੈਂਟ ਮੈਂ ਚੈਲੰਜਿੰਗ ਪ੍ਰੋਫਾਈਲ ਦੀ ਗੱਲ ਕਰੂੰਗਾ। ਇੱਕ ਨਾਰਮਲ SJS ਪ੍ਰੋਫਾਈਲ ਤਾਂ ਹਰ ਕੋਈ ਕਹਿੰਦਾ ਜੀ ਮੈਂ ਕਰ ਲੂੰਗਾ। ਬਿਲਕੁਲ ਚੈਲੰਜਿੰਗ ਪ੍ਰੋਫਾਈਲ ਉਹਨਾਂ ਲਈ ਕਿੰਨੀ ਕੁ ਔਖੀ ਹੈ ਕਿਉਂਕਿ ਅੱਜ ਕੱਲ੍ਹ ਕੀ ਹੋਇਆ ਪਹਿਲੇ ਅਸੀਂ ਗੱਲ ਕਰਦੇ ਸੀ ਸ਼ੋਜ਼ ਦੇ ਵਿੱਚ ਤੁਹਾਨੂੰ ਯਾਦ ਹੋਣਾ ਵੀ ਡਾਇਰੈਕਟ ਆਈਐਲਟਸ ਡਾਇਰੈਕਟ ਯੂਨੀਵਰਸਿਟੀਜ਼ ਕਾਲਜਿਸ ਦੇ ਆਥੋਰਾਈਜੇਸ਼ਨ ਮਿਲਣੀ ਬੜਾ ਔਖਾ ਉਹ ਹਰ ਚੀਜ਼ ਦੇਖਦੇ ਆ। ਬਿਲਕੁਲ ਮੈਂ ਹਮੇਸ਼ਾ ਪੁੱਛਦਾ ਵੀ ਇੱਕ ਪੋਰਟਲਸ ਬਣ ਗਏ ਅੱਜ ਬਿਲਕੁਲ ਜਿਹੜੇ ਹਰ ਇੱਕ ਨੇ ਇੱਕ ਪ੍ਰਾਈਵੇਟ ਪੋਰਟਲ ਬਣਾ ਕੇ 10 ਕਾਲਜ ਉਹ 'ਚ ਪਾਤੇ ਇੱਕ ਛੋਟੇ ਛੈਂਟਰਸ ਨੂੰ ਜਿਹੜੇ ਅਨਐਕਸਪੀਰੀਅੰਸ ਨੇ। ਬਿਲਕੁਲ ਮੈਂ ਕਹੀ ਨਹੀਂ ਕਹਿੰਦਾ ਵੀ ਗਲਤ ਹੈ ਕੰਮ ਕਰਨਾ ਪਰ ਜਿਹੜੇ ਅਨਐਕਸਪੀਰੀਅੰਸ ਨੇ ਉਹਨਾਂ ਨੂੰ ਕਹਿਤਾ ਤੁਸੀਂ ਕਾਲਜ ਦੀ ਆਫਰ ਲਓ ਅਪਲਾਈ ਕਰ ਦਿਓ। ਬਿਲਕੁਲ ਉਹਦੇ ਨਾਲ ਕਿੰਨੀ ਕੁ ਚੇਂਜ ਆਈ ਆ ਅੱਜ ਦੇ ਕੀ ਬਦਲਾਅ ਆਇਆ ਉਹਦੇ ਵਿੱਚ ਕੀ ਚੇਂਜਸ ਦੇਖਣ ਨੂੰ ਮਿਲੀਆਂ? ਦੇਖੋ ਉਹੀ ਹੈਗਾ ਡਾਕਟਰੀ ਮੈਂ ਬੜੇ ਸਾਲ ਕੀਤੀ ਹਸਪੀਟਲ ਚਲਾਇਆ ਤੇ ਉਹਦੇ 'ਚ ਉਹੀ ਡਾਕਟਰੀ ਦੇ ਵਿੱਚ ਵੀ ਇੱਕ ਐਕਸਪੀਰੀਅੰਸਡ ਸੁਲਝਿਆ ਹੋਇਆ ਜਿਹੜਾ ਜੈਨੂਅਨ ਜਿਹੜਾ ਡਾਕਟਰ ਹੈਗਾ ਐਕਸਪੀਰੀਅੰਸਡ ਉਸ ਨੇ ਹੋਰ ਤਰੀਕੇ ਨਾਲ ਕਰਨਾ ਅਦਰਵਾਈਜ਼ ਫਿਰ ਗਲਤ ਮਲਤ ਦਵਾਈਆਂ ਦੇ ਕੇ ਉਹ ਫਿਰ ਹੋਰ ਇਹ ਤਾਂ ਉਹ ਹਿਸਾਬ ਨਹੀਂ ਹੋ ਗਿਆ ਡਾਕਟਰ ਸਾਹਿਬ ਵੀ ਮੈਂ ਇੱਕ ਪੋਰਟਲ ਦੇ ਵਿੱਚ ਕਹਿੰਦਾ ਜੀ 10 ਵੀਡੀਓ ਪਾਤੀਆਂ ਆਪਰੇਸ਼ਨ ਦੀਆਂ ਤੇ ਇਹ ਤੋਂ ਵੀਡੀਓ ਦੇਖ ਕੇ ਤਾਂ ਆਪਣਾ ਆਪਰੇਸ਼ਨ ਕਰ ਲਓ। ਬਿਲਕੁਲ ਉਹ ਪੋਸੀਬਲ ਹੈ। ਬਿਲਕੁਲ ਤੁਸੀਂ ਬਿਲਕੁਲ ਠੀਕ ਐਗਜ਼ਾਮਪਲ ਦਿੱਤੀ ਲੇਕਿਨ ਉਹੀ ਪੋਸੀਬਲ ਨਹੀਂ ਹੈਗਾ ਜਾਂ ਫਿਰ ਔਰ ਖਾਸ ਤੌਰ 'ਤੇ ਅਮਨ ਜੀ ਇੱਕ ਚੀਜ਼ ਤੇ ਤੁਹਾਡੇ ਨੋਟਿਸ 'ਚ ਹੋਣੀ ਆਲਰੇਡੀ ਕਿ ਇਹ 2 ਸਾਲ ਦਾ ਪੈਂਡੈਮਿਕ ਦਾ ਟਾਈਮ ਸੀ ਜਿਹੜਾ ਇਸ ਦੇ ਵਿੱਚ ਬਹੁਤ ਹੀ ਜਿਹੜਾ ਹਰਡਲਸ ਵਾਲਾ ਟਾਈਮ ਸੀਗਾ। ਅਲੱਗ-ਅਲੱਗ ਕਾਲਜਿਸ ਦੇ ਅਲੱਗ-ਅਲੱਗ ਪੋਲਿਸੀਜ਼ ਕੋਈ ਕਾਲਜ ਅਲਾਉ ਕਰਦਾ ਪਿਆ ਆਪਣੇ ਸਟੂਡੈਂਟਸ ਨੂੰ ਬਿਨਾਂ ਵੀਜ਼ਾ ਆਏ ਮਤਲਬ ਕਿ ਹਾਲੇ ਐਮਬੈਸੀ 'ਚ ਫਾਈਲ ਹੈਗੀ ਹੈ ਰਿਜ਼ਲਟ ਆਇਆ ਨਹੀਂ ਤੇ ਸਟੂਡੈਂਟ ਨੂੰ ਅਲਾਉ ਕਰਦਾ ਪਿਆ ਕੋਈ ਕਾਲਜ ਨਹੀਂ ਕਰਦਾ ਪਿਆ। ਕੋਈ ਕਾਲਜ ਦੇ ਅਲੱਗ-ਅਲੱਗ ਡੇਟਸ ਹੈਗੀਆਂ ਨੇ ਇੰਨੀ ਤਰੀਕ ਤੱਕ ਜੇ ਤੁਹਾਡੀ ਰਿਫਿਊਜ਼ਲ ਆ ਗਈ ਮਤਲਬ ਵੀਜ਼ਾ ਆ ਗਿਆ ਠੀਕ ਹੈ ਲੇਕਿਨ 10 ਚੋਂ 1-2 ਦੀ ਜਿਹੜੀ ਰਿਫਿਊਜ਼ਲ ਆਈ ਇੰਨੀ ਤਰੀਕ ਤੱਕ ਆ ਗਈ ਤਾਂ ਅਸੀਂ ਰਿਫੰਡ ਦੇਵਾਂਗੇ। ਇਸ ਤੋਂ ਬਾਅਦ ਅਗਰ ਆ ਗਈ ਤਾਂ ਔਨਲਾਈਨ ਕਲਾਸਾਂ ਤੁਸੀਂ ਲਾ ਰਹੇ ਹੋ ਲੇਕਿਨ ਇੰਨੀ ਤਰੀਕ ਤੋਂ ਬਾਅਦ ਰਿਫਿਊਜ਼ਲ ਆਈ ਤਾਂ ਅਸੀਂ ਤੁਹਾਡੀ 1 ਸਮੈਸਟਰ ਦੀ ਫੀਸ ਰਿਫੰਡ ਨਹੀਂ ਕਰਨੀ। ਮੁੱਕਦੀ ਗੱਲ ਮੈਂ ਤੁਹਾਨੂੰ ਸਹੀ ਗੱਲ ਇਹ ਕਿ ਪਿਛਲੇ 2 ਸਾਲ ਦੇ ਵਿੱਚ ਹਮੇਸ਼ਾ ਸਾਨੂੰ ਇਹ ਚਿੰਤਾ ਰਹੀ ਟੈਨਸ਼ਨ ਰਹੀ ਕਿ ਇਹ ਕਾਲਜਿਸ ਬਾਰ-ਬਾਰ ਪੋਲਿਸੀਜ਼ ਵੀ ਬਦਲਦੇ ਰਹਿੰਦੇ ਸਾਡੀ ਮਾੜੀ ਜਿਹੀ ਨਿਗਾਹ ਹਟੀ ਔਰ ਮਾੜੀ ਜਿਹੀ ਗਲਤੀ ਸਟੂਡੈਂਟ ਕੋਲੋਂ ਵੀ ਅਗਰ ਹੋ ਜਾਵੇ ਕਿਉਂਕਿ ਸਟੂਡੈਂਟਸ ਦੀ ਈਮੇਲਸ ਦੇ ਉੱਪਰ ਸਟੂਡੈਂਟ ਦੇ ਜਿਹੜੀ ਕਾਲਜ ਦੇ ਪੋਰਟਲ ਨੇ ਉਹਨਾਂ ਦੇ ਉੱਪਰ ਔਰ ਜਿਹੜੇ ਕਾਲਜਿਸ ਨੇ ਆਪਣੀ ਐਪਸ ਬਣਾਈਆਂ ਸੀਗੀਆਂ ਔਰ ਸਟੂਡੈਂਟ ਨੇ ਉਸ ਨੂੰ ਐਪ ਨੂੰ ਰਜਿਸਟਰ ਕਰਨਾ ਸੀਗਾ ਔਰ ਐਪਸ ਦੇ ਉੱਪਰ ਮੈਸੇਜਿਸ ਆਉਂਦੇ ਸੀ ਕਈ ਮੈਸੇਜਿਸ ਸਟੂਡੈਂਟਸ ਨੂੰ ਆਉਂਦੇ ਸੀ ਐਜ਼ ਕੰਸਲਟੈਂਟ ਸਾਨੂੰ ਕਾਲਜ ਨਹੀਂ ਭੇਜਦਾ ਡੈਡਲਾਈਨ ਬਾਰੇ ਕਿ ਇੰਨੀ ਤਰੀਕ ਤੱਕ ਆਹ ਕੰਮ ਕਰ ਲਓ ਇੰਨੀ ਤਰੀਕ ਤੱਕ ਆਹ ਕੰਮ ਕਰ ਲਓ ਔਰ ਮੈਂ ਦੇਖਿਆ ਸਟੂਡੈਂਟਸ ਦੀ ਉਮਰ ਇਸ ਤਰ੍ਹਾਂ ਦੀ ਕਿ ਲਾਪਰਵਾਹੀਆਂ ਕਰ ਜਾਂਦੇ ਨੇ ਔਰ ਮਾੜੀ ਜਿਹੀ ਲਾਪਰਵਾਹੀ ਹੋਈ ਤਾਂ ਨੁਕਸਾਨ ਹੋਣ ਦੀ ਸੰਭਾਵਨਾ। ਸੋ ਇਹ ਜਿਹੜੀ ਇੰਨਾ ਹਰਡਲਸ ਵਾਲਾ ਟਾਈਮ ਰਿਹਾ ਕਿ ਬੜੇ ਧਿਆਨ ਦੀ ਲੋੜ ਸੀਗੀ ਐਕਸਪਰਟੀਜ਼ ਦੀ ਡੈਫੀਨੇਟਲੀ। ਹੁਣ ਉਹੀ ਗੱਲ ਕਰਦਾ ਕਿ ਡਰਾਈਵਰ ਗੱਡੀ ਦਾ ਲਾ ਲਓ ਕਿ ਇਹ ਅਗਰ ਉਹ ਬਿਲਕੁਲ ਸਿਆਣਾ ਐਕਸਪਰਟ ਹੈ ਅਤੇ ਟੇਢੇ ਮੇਢੇ ਰਸਤਿਆਂ ਤੋਂ ਟੋਬਿਆਂ ਵਾਲੇ ਰਸਤੇ ਤੋਂ ਵੀ ਟਪਾ ਲਏਗਾ ਅਦਰਵਾਈਜ਼ ਫਿਰ ਉਹ ਜਿਹੜਾ ਟੱਕਰ ਹੋਣ ਵਾਲਾ ਕੰਮ ਤੇ ਉਹਦੇ ਨਹੀਂ ਤਾਂ ਪਲੇਨ ਰੋਡ ਤੇ ਕਰਦੇ ਬਿਲਕੁਲ। ਸੋ ਉਹਦੇ ਵਿੱਚ ਅਮਨ ਜੀ ਉਹੀ ਚੀਜ਼ ਹੈ ਕਿ ਜਿਹੜੇ ਇਨਐਕਸਪੀਰੀਅੰਸ ਬੰਦੇ ਨੇ ਔਰ ਉਹਦੇ ਵਿੱਚ ਔਰ ਜੈਨੂਅਨਲੀ ਮੇਰੇ ਕੋਲ ਬਹੁਤ ਸਾਰੀਆਂ ਸਾਡੇ ਕੋਲ ਇਹੋ ਜਿਹੇ ਕਾਲਸ ਆਉਂਦੀਆਂ ਰਹਿੰਦੀਆਂ ਨੇ ਜਿਹੜੇ ਕਹਿੰਦੇ ਜੀ ਕਿਤੋਂ ਹੋਰ ਕੇਸ ਲਵਾਇਆ ਸਾਡੀ ਆਹ ਪ੍ਰੋਬਲਮ ਆ ਗਈ ਹੁਣ ਤੁਹਾਡੇ ਕੋਲੋਂ ਕਰਾਉਣਾ। ਹੁਣ ਉਹ ਜਿਹੜਾ ਬਹੁਤ ਫਸਿਆ ਹੋਇਆ ਮਸਲਾ ਟੇਢਾ ਮੇਢਾ ਗੁੰਝਲਾਂ ਪਈਆਂ ਹੋਈਆਂ ਉਸ ਦੇ ਵਾਸਤੇ ਉਹ ਟਾਈਮ ਸਪੇਅਰ ਕਰਨਾ ਔਰ ਉਸ ਨੂੰ ਉੱਥੋਂ ਕੱਢਣਾ ਬੜਾ ਮੁਸ਼ਕਿਲ। ਜ਼ਿਆਦਾਤਰ ਕੇਸਿਸ ਇਹੋ ਜਿਹੇ ਗੁੰਝਲ ਵਾਲੇ ਸਾਡੇ ਵਾਸਤੇ ਵੀ ਬਾਅਦ ਵਿੱਚ ਲੈਣੇ ਮੁਸ਼ਕਿਲ ਹੋ ਜਾਂਦੇ ਨੇ। ਸੋ ਇਹ ਜਿਹੜਾ ਡੈਫੀਨੇਟਲੀ ਖਿਆਲ ਕਰਨਾ ਚਾਹੀਦਾ। ਸੋ ਕੋਈ ਵੀ ਮਨ ਦੇ ਵਿੱਚ ਜਾਣਕਾਰੀ ਲੈਣ ਲਈ ਡਾਊਟ ਕਨਫਿਊਜ਼ਨ ਪੈਦਾ ਹੋ ਰਿਹਾ ਤਾਂ ਇਹਨਾਂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ। ਡਾਕਟਰ ਸਾਹਿਬ ਨੂੰ ਮਿਲਣ ਲਈ ਅਪਾਇੰਟਮੈਂਟ ਲਈ ਉਹੀ ਨੰਬਰ 'ਤੇ ਕਾਲ ਕਰਨਾ ਜਿਹੜਾ ਟੀ ਸਕਰੀਨ 'ਤੇ ਫਲੈਸ਼ ਹੋ ਰਿਹਾ। ਸਮਾਂ ਨਹੀਂ ਅਲਾਉ ਕਰੇ ਬਟ ਡਾਕਟਰ ਸਾਹਿਬ ਸ਼ੋਅ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵੈਲਕਮ ਧੰਨਵਾਦ ਸਾਰੇ ਦਰਸ਼ਕਾਂ ਦਾ। ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ।